मानसरोवर हंसला खाए माणक मोती। कोयल अंब प्रीत है मिल बोल सरोती। चंदन वास वनास्पत होए पास खलोती। लोहा पारस पेटिया होए कंचन ज्योति। नदियां नाले गंग मिल होन छोत छोती। पीर मुरीदां पिरहड़ी ਇਹ ਖੇਪ ਸਯੋਤੀ। ਅੱਜ ਦੀ ਦੁਨੀਆ ਵਿੱਚ ਪਿਆਰ ਤੇ ਸ਼ਰਧਾ ਦੀਆਂ ਬੇਅੰਤ ਹੀ ਸਾਖੀਆਂ ਹਨ। ਗੁਰੂ ਘਰ ਦੇ ਵਿੱਚ ਤਾਂ ਅਣਗਿਣਤ ਸਿੱਖ ਹੋਏ ਹਨ ਜਿਨ੍ਹਾਂ ਨੇ ਗੁਰੂ ਚਰਨਾਂ ਨਾਲ ਐਸੀ ਪ੍ਰੀਤ ਕੀਤੀ ਹੈ ਜਿਸ ਦੀ ਮਿਸਾਲ ਹੋਰ ਧਰਮਾਂ ਵਿੱਚ ਘੱਟ ਹੀ ਮਿਲਦੀ ਹੈ। ਐਸੀ ਪ੍ਰੀਤੀ ਦੀ ਵਿਆਖਿਆ ਕਰਦੇ ਹੋਏ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਸਿੱਖ ਗੁਰੂ ਨਾਲ ਐਸੀ ਪ੍ਰੀਤ ਕਰਦੇ ਹਨ ਜਿਵੇਂ ਮਾਨਸਰੋਵਰ ਦੇ ਹੰਸ ਮੋਤੀਆਂ ਨਾਲ ਪਿਆਰ ਕਰਦੇ ਹਨ, ਭਾਵ ਮੋਤੀ ਖਾਂਦੇ ਹਨ। ਕੋਇਲ ਦਾ ਪਿਆਰ ਅੰਬਾਂ ਨਾਲ ਹੈ ਤੇ ਉਹਨਾਂ ਦੇ ਵੈਰਾਗ ਵਿੱਚ ਮਿੱਠੇ ਗੀਤ ਗਾਉਂਦੀ ਰਹਿੰਦੀ ਹੈ। ਚੰਦਨ ਦੀ ਸੁਗੰਧੀ ਨਾਲ ਸਾਰੀ ਬਨਸਪਤੀ ਝੂਮ ਉੱਠਦੀ ਹੈ। ਲੋਹਾ ਪਾਰਸ ਨਾਲ ਮਿਲ ਕੇ ਸੋਨਾ ਹੋ ਜਾਂਦਾ ਹੈ। ਨਦੀਆਂ ਤੇ ਨਾਲੇ ਗੰਗਾ ਨਾਲ ਮਿਲ ਕੇ ਪਵਿੱਤਰ ਹੋ ਜਾਂਦੇ ਹਨ। ਅੰਤ ਵਿੱਚ ਭਾਈ ਸਾਹਿਬ ਜੀ ਆਖਦੇ ਹਨ, ਸਿੱਖਾਂ ਦਾ ਪਿਆਰ ਹੀ ਉਹਨਾਂ ਦੀ ਪਵਿੱਤਰ ਰਾਸ ਪੂੰਜੀ ਹੈ। ਜਦੋਂ ਇਤਿਹਾਸ ਨੂੰ ਵਾਚੀਏ ਤਾਂ ਮਾਈ ਸਰਖਾਨਾ ਦਾ ਨਾਮ ਆਉਂਦਾ ਹੈ। ਮਾਈ ਸਰਖਾਨਾ ਗੁਰੂ ਘਰ ਦੇ ਵਿੱਚ ਬੜਾ ਸਤਿਕਾਰ ਪ੍ਰਾਪਤ ਕਰ ਚੁੱਕੀ ਸੀ। ਉਸਦੇ ਪਿਆਰ ਦੀ ਕਥਾ ਬੜੀ ਸ਼ਰਧਾ ਦਰਸਾਉਣ ਵਾਲੀ ਹੈ। ਉਹ ਪਿਆਰੀ, ਦੀਵਾਨੀ, ਸ਼ਰਧਾਲੂ ਤੇ ਅਮਰ ਆਤਮਾ ਹੋਈ ਹੈ ਜਿਸ ਦਾ ਜਸ ਅੱਜ ਵੀ ਗਾਇਆ ਜਾਂਦਾ ਹੈ। ਕਿਸੇ ਗੁਰਸਿੱਖ ਪਾਸੋਂ ਮਾਈ ਨੇ ਗੁਰੂ ਘਰ ਦੀ ਸੋਭਾ ਸੁਣੀ। ਉਸ ਵੇਲੇ ਬੁਢੇਪਾ ਨੇੜੇ ਸੀ ਤੇ ਜਵਾਨੀ ਦੂਰ ਜਾ ਚੁੱਕੀ ਸੀ। ਧੀਆਂ ਪੁੱਤਰ ਵਿਆਹੇ ਗਏ ਸਨ। ਜ਼ਿੰਮੇਵਾਰੀਆਂ ਸਿਰੋਂ ਟਲ ਚੁੱਕੀਆਂ ਸਨ। ਉਸ ਨੂੰ ਹੁਣ ਜਨਮ ਮਰਨ ਦੇ ਗੇੜ ਦਾ ਗਿਆਨ ਹੋ ਗਿਆ ਸੀ, ਪਰ ਇਹ ਨਹੀਂ ਸੀ ਪਤਾ ਲੱਗਦਾ ਕਿ 84 ਦਾ ਗੇੜਾ ਮੁੱਕਦਾ ਕਿਵੇਂ ਹੈ। ਗੁਰਸਿੱਖ ਨੇ ਮਾਈ ਸਰਖਾਨਾ ਨੂੰ ਗੁਰਸਿੱਖੀ ਦਾ ਗਿਆਨ ਕਰਾਉਂਦਿਆਂ ਹੋਇਆਂ ਇਹ ਸ਼ਬਦ ਪੜ੍ਹਿਆ, ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ। ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ। ਇਹ ਸ਼ਬਦ ਜੋ ਹਿਰਦੇ ਵਿੱਚ ਵਸਦਾ ਹੈ ਉਹ ਸ਼ਬਦ ਸਤਿਗੁਰੂ ਜੀ ਪਾਸੋਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਤ੍ਰਿਕਾਲਦਰਸ਼ੀ ਹਨ। ਸਤਿਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਉੱਤੇ 6ਵੇਂ ਪਾਤਸ਼ਾਹ ਹਨ ਜੋ ਮੀਰੀ ਪੀਰੀ ਦੇ ਮਾਲਕ ਹਨ। ਉਹਨਾਂ ਨੂੰ ਯਾਦ ਕਰ, ਉਹਨਾਂ ਦੇ ਚਰਨਾਂ ਨਾਲ ਲਿਵ ਲਾ ਲੈ ਤੇ ਮਨ ਵਿੱਚ ਸ਼ਰਧਾ ਧਾਰਨ ਕਰ। ਮਾਈ ਨੇ ਕਿਹਾ, ਚੰਗਾ, ਮੈਂ ਸ਼ਰਧਾ ਕਰਾਂਗੀ। ਮੈਨੂੰ ਦੱਸ, ਜਦੋਂ ਮੈਂ ਉਹਨਾਂ ਦੇ ਦਰਸ਼ਨ ਕਰਨ ਜਾਵਾਂਗੀ ਤਾਂ ਸੇਵਾ ਵਾਸਤੇ ਭੇਟਾ ਕੀ ਰੱਖਾਂਗੀ? ਮਾਈ ਸਰਖਾਨਾ ਨੇ ਪੁੱਛਿਆ। ਗੁਰਸਿੱਖ ਨੇ ਕਿਹਾ, ਸਤਿਗੁਰੂ ਜੀ ਪ੍ਰੀਤ ਤੇ ਸ਼ਰਧਾ ਚਾਹੁੰਦੇ ਹਨ। ਕਾਰ ਭੇਟਾ ਜੋ ਸਰੇ, ਪਹੁੰਚ ਤੋਂ ਉੱਪਰ ਕੁਝ ਨਹੀਂ ਮੰਗਦੇ। ਇੱਕ ਟਕੇ ਨਾਲ ਵੀ ਪ੍ਰਸੰਨ ਹੁੰਦੇ ਹਨ। ਉਹਨਾਂ ਦੇ ਦਰਬਾਰ ਵਿੱਚ ਸੇਵਕ ਹਾਥੀ, ਘੋੜੇ, ਦੁਸ਼ਾਲੇ, ਰੇਸ਼ਮੀ ਬਸਤਰ, ਸੋਨਾ, ਚਾਂਦੀ, ਬੇਅੰਤ ਭੇਟਾ ਚੜਾਉਂਦੇ ਹਨ। 9 ਨਿਧੀਆਂ ਤੇ 18 ਸਿੱਧੀਆਂ ਹਨ। ਸਤਿਗੁਰੂ ਜੀ ਜ਼ਰੂਰ ਤੁਸਾਂ ਦਾ ਜਨਮ ਮਰਨ ਕੱਟਣਗੇ। ਸਤਿਗੁਰੂ ਜੀ ਮਿਹਰਾਂ ਦੇ ਸਾਗਰ ਹਨ। ਹਰ ਗੋਬਿੰਦ ਗੁਰ ਅਰਜਨੋ ਗੁਰ ਗੋਬਿੰਦ ਨਾਉ ਸਦਵਾਇਆ। ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਪੈਰੀ ਪਾਏ ਸਭ ਜਗਤ ਤਰਾਇਆ। ਇਉਂ ਗੁਰੂ ਘਰ ਦੀ ਸ਼ੋਭਾ ਸੁਣ ਕੇ ਮਾਈ ਸਰਖਾਨਾ ਗੁਰੂ ਘਰ ਦੀ ਸ਼ਰਧਾਲੂ ਬਣ ਗਈ। ਉਸਨੇ ਧਿਆਨ ਕਰ ਲਿਆ ਤੇ ਗੁਰਸਿੱਖ ਰਾਹੀਂ ਸੁਣੇ ਮੂਲ ਮੰਤਰ ਦਾ ਜਾਪ ਕਰਨ ਲੱਗੀ। ਉਸਦੇ ਮਨ ਵਿੱਚ ਪ੍ਰੇਮ ਜਾਗ ਪਿਆ। ਮਨ ਦੇ ਨਾਲ ਹੱਥ ਦੀ ਸੇਵਾ ਲਈ ਉਤਸ਼ਾਹੀ ਹੋਏ। ਆਪਣੇ ਖੇਤਾਂ ਵਿੱਚੋਂ ਮੋਟੇ-ਮੋਟੇ ਗੁੱਲਾਂ ਵਾਲੀ ਕਪਾਹ ਚੁਣੀ। ਕਪਾਹ ਚੁਣ ਕੇ ਵੇਲੀ ਤੇ ਮੁੜ ਰੂੰ ਪਿੰਜਾਇਆ। ਰੂੰ ਪਿੰਜਿਆ ਗਿਆ ਤਾਂ ਸਤਿਗੁਰੂ ਜੀ ਦਾ ਧਿਆਨ ਧਰ ਕੇ ਕੱਤਦੀ ਰਹੀ। ਰੂੰ ਕੱਤਿਆ ਤੇ ਜੁਲਾਹੇ ਕੋਲੋਂ ਸ਼ਰਧਾ ਨਾਲ ਕੱਪੜਾ ਤਿਆਰ ਕਰਵਾਇਆ।
ਬੁਢੇਪੇ ਵਿੱਚ ਲੰਮੀ ਉਮਰ ਦੇ ਤਜਰਬੇ ਨਾਲ ਬਰੀਕ ਅਤੇ ਸੂਤਰ ਦਾ ਕੱਪੜਾ ਰੇਸ਼ਮੀ ਕੱਪੜੇ ਵਾਂਗ ਸੀ। ਹੱਥੀਂ ਚਾਦਰਾ ਸੀਤਾ ਤੇ ਮਨ ਵਿੱਚ ਸ਼ਰਧਾ ਧਾਰੀ ਸਤਿਗੁਰੂ ਜੀ ਦੇ ਦਰਸ਼ਨ ਹੋਣ। ਪਰ ਗੁਰਸਿੱਖਾਂ ਕੋਲੋਂ ਸੁਣਦੀ ਰਹੀ, ਗੁਰੂ ਜੀ ਦੇ ਦਰਬਾਰ ਵਿੱਚ ਰਾਜੇ ਮਹਾਰਾਜੇ ਅਤੇ ਵਜ਼ੀਰ ਆਉਂਦੇ ਹਨ। ਫਿਰ ਵੈਰਾਗ ਨਾਲ ਮਨ ਵਿੱਚ ਸੋਚਦੀ, ਮੈਂ ਤਾਂ ਇੱਕ ਗੁਰਸਿੱਖ ਹਾਂ ਜਿਸ ਕੋਲ ਇੱਕ ਚਾਦਰਾ ਹੈ, ਉਹ ਵੀ ਇੱਕ ਖੱਦਰ ਦਾ ਚਾਦਰਾ। ਕਿਵੇਂ ਸਤਿਗੁਰੂ ਜੀ ਪ੍ਰਵਾਨ ਕਰਨਗੇ। ਇਉਂ ਉਸਦੇ ਮਨ ਵਿੱਚ ਵੈਰਾਗ ਆ ਗਿਆ ਤੇ ਮਨ ਵਿੱਚ ਉਤਰਾ ਚੜ੍ਹਾਅ ਚੱਲਦੇ ਰਹੇ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਦੀ ਧਰਤੀ ਨੂੰ ਪੂਜਨਿਕ ਬਣਾਉਣ ਤੇ ਸਿੱਖਾਂ ਸੇਵਕਾਂ ਨੂੰ ਤਾਰਨ ਗਏ ਸਨ। ਡਰੌਲੀ ਭਾਈ ਦੀਵਾਨ ਲੱਗਾ ਸੀ। ਸਿੱਖ ਸੰਗਤ ਆਉਂਦੀ ਤੇ ਦਰਸ਼ਨ ਕਰਕੇ ਵਾਪਸ ਚਲੀ ਜਾਂਦੀ। ਘਰਾਂ ਤੇ ਨਗਰਾਂ ਵਿੱਚ ਜਾ ਕੇ ਗੁਰੂ ਜਸ ਨੂੰ ਸੁਗੰਧੀ ਵਾਂਗ ਖਿਲਾਰਦੀ। ਮਾਈ ਸਰਖਾਨਾ ਨੂੰ ਵੀ ਖਬਰਾਂ ਮਿਲ ਗਈਆਂ ਕਿ ਸਤਿਗੁਰੂ ਜੀ ਨੇੜੇ ਆ ਗਏ ਹਨ। ਉਹ ਵੀ ਸਤਿਗੁਰੂ ਜੀ ਦੇ ਦਰਸ਼ਨ ਵਾਸਤੇ ਚੱਲ ਪਈ। ਦੇਸੀ ਖੰਡ ਵਿੱਚ ਘਿਓ ਰਲਾਇਆ, ਮੱਖਣ ਦੇ ਪਰੌਂਠੇ ਪਕਾਏ ਤੇ ਚਾਦਰੇ ਨੂੰ ਜੋੜ ਕੇ ਸਿਰ ਉੱਤੇ ਰੱਖ ਕੇ ਚੱਲ ਪਈ। 4-5 ਕੋਹ ਦਾ ਪੈਂਡਾ ਮਾਰ ਕੇ ਗੁਰ ਦਰਬਾਰ ਦੇ ਨੇੜੇ ਪੁੱਜੀ ਤਾਂ ਮਾਈ ਦੇ ਪੈਰ ਰੁਕ ਗਏ। ਉਹ ਮਨ ਹੀ ਮਨ ਵਿਚਾਰ ਕਰਨ ਲੱਗੀ, ਮੈਂ ਗਰੀਬਣੀ ਹਾਂ। ਮੇਰੀ ਖੱਦਰ ਦੀ ਚਾਦਰ, ਖੰਡ, ਘਿਓ ਤੇ ਪਰੌਂਠੇ ਦੀ ਕੀਮਤ ਕੀ ਹੈ। ਜਿੱਥੇ ਰਾਜਿਆਂ ਮਹਾਰਾਜਿਆਂ ਦੇ ਕੀਮਤੀ ਦੁਸ਼ਾਲੇ ਆਏ ਹੋਣਗੇ, 36 ਪ੍ਰਕਾਰ ਦੇ ਭੋਜਨ ਛਕਣ ਵਾਲੇ ਦਾਤੇ ਇਹ ਭਾਰੀ ਪਰੌਂਠੇ ਕੀ ਪਤਾ ਖਾਣ ਕਿ ਨਾ ਖਾਣ। ਇਸ ਤਰ੍ਹਾਂ ਮਨ ਵਿੱਚ ਸੋਚਣ ਲੱਗੀ। ਉਹ ਕੰਧ ਨਾਲ ਲੱਗ ਕੇ ਖਲੋ ਗਈ, ਨੇਤਰ ਬੰਦ ਕਰ ਲਏ ਤੇ ਅੰਤਰਾਤਮੇ ਵਿੱਚ ਸਤਿਗੁਰੂ ਜੀ ਨੂੰ ਯਾਦ ਕਰਨ ਲੱਗੀ। ਉਹ ਦੁਨੀਆ ਭੁੱਲ ਗਈ, ਅਟਲ ਧਿਆਨ ਲੱਗ ਗਿਆ ਤੇ ਉਸ ਦੀ ਸੁਰਤ ਜੁੜ ਗਈ। ਉਧਰ ਸੱਚੇ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ, ਭਵਜਲ ਤੋਂ ਪਾਰ ਕਰਨ ਦੀ ਸਮਰੱਥਾ ਰੱਖਣ ਵਾਲੇ ਦਾਤੇ, ਦਿਆਲੂ, ਅੰਤਰਜਾਮੀ ਜਾਣ ਗਏ। ਮਾਤਾ ਸਰਖਾਨਾ ਧਿਆਨ ਧਰ ਕੇ ਖਲੋਤੀ ਹੈ। ਉਸਦੇ ਅੱਗੇ ਭਰਮ ਦੀ ਕੰਧ ਹੈ। ਉਹ ਕੰਧ ਪਾਸੇ ਨਹੀਂ ਹਟ ਸਕਦੀ ਜਿੰਨਾ ਚਿਰ ਮੇਰਾ ਨਾ ਹੋਣ। ਅੰਤਰਜਾਮੀ ਦਾਤਾਰ ਨੇ ਹੁਕਮ ਦਿੱਤਾ, ਘੋੜਾ ਲਿਆਓ। ਇਹ ਹੁਕਮ ਕਰਕੇ ਪਲੰਗ ਤੋਂ ਉੱਠ ਖੜੋਤੇ, ਜੋੜਾ ਪਾਇਆ ਤੇ ਕਾਹਲੀ ਨਾਲ ਦੀਵਾਨ ਵਿੱਚੋਂ ਬਾਹਰ ਹੋਏ। ਸਿੱਖ ਸੰਗਤ ਚੋਜੀ ਪ੍ਰੀਤਮ ਦੇ ਚੋਜ ਨੂੰ ਦੇਖ ਕੇ ਹੈਰਾਨ ਹੋ ਗਈ। ਜਿਹੜੇ ਭੇਤੀ ਸਨ ਉਹ ਸਮਝ ਗਏ ਕਿ ਕਿਸੇ ਜੀਵ ਦਾ ਪਾਰ ਉਤਾਰਾ ਕਰਨ ਵਾਸਤੇ ਮਹਾਰਾਜ ਜੀ ਚੱਲੇ ਹਨ ਤੇ ਜਿਹੜੇ ਨਵੇਂ ਸਨ ਉਹ ਹੈਰਾਨ ਹੀ ਸਨ। ਉਹਨਾਂ ਦੀ ਹੈਰਾਨੀ ਨੂੰ ਦੂਰ ਕਰਨ ਵਾਲਾ ਕੋਈ ਨਹੀਂ ਸੀ। ਉਧਰ ਮਾਈ ਸਰਖਾਨਾ ਦੇ ਨੇਤਰ ਮੁੰਦੇ ਸਨ ਤੇ ਉਹ ਬੇਨਤੀਆਂ ਕਰਦੀ ਜਾ ਰਹੀ ਸੀ। ਉਸ ਦੀ ਆਤਮਾ ਆਖ ਰਹੀ ਸੀ, ਹੇ ਸੱਚੇ ਪਾਤਸ਼ਾਹ, ਮੈਂ ਕੰਗਾਲਣ ਹਾਂ, ਕਿਵੇਂ ਦਰਬਾਰ ਪਹੁੰਚਾਂ। ਮੈਨੂੰ ਡਰ ਲੱਗਦਾ ਹੈ, ਆਪਣੀ ਮਿਹਰ ਕਰੋ। ਮੈਂ ਦਰਸ਼ਨਾਂ ਵਾਸਤੇ ਦੂਰ ਖਲੋਤੀ ਹਾਂ, ਕੋਈ ਚਾਰਾ ਨਹੀਂ ਹੈ, ਭੈ ਅੱਗੇ ਤੁਰਨ ਨਹੀਂ ਦਿੰਦਾ। ਦਾਤਾ ਜੀ ਮਿਹਰ ਕਰੋ, ਦਇਆ ਕਰੋ। ਇਉਂ ਨੇਤਰ ਬੰਦ ਕਰਕੇ ਸਤਿਗੁਰੂ ਜੀ ਨੂੰ ਯਾਦ ਕਰ ਰਹੀ ਸੀ। ਉਧਰ ਸਤਿਗੁਰੂ ਜੀ ਘੋੜੇ ਉੱਤੇ ਸਵਾਰ ਹੋਏ ਤੇ ਘੋੜੇ ਨੂੰ ਨਠਾਇਆ ਤੇ ਉਸ ਥਾਂ ਪੁੱਜੇ ਜਿੱਥੇ ਮਾਈ ਸਰਖਾਨਾ ਕੰਧ ਨਾਲ ਢੋ ਲਾ ਕੇ ਖਲੋਤੀ ਸੀ। ਸਤਿਗੁਰੂ ਜੀ ਨੇ ਆਵਾਜ਼ ਦਿੱਤੀ, ਮਾਤਾ ਜੀ ਦੇਖੋ, ਅੱਖਾਂ ਖੋਲ ਕੇ ਦੇਖੋ। ਸਤਿਗੁਰਾਂ ਦਾ ਇਹ ਬੋਲ ਸੁਣ ਕੇ ਮਾਈ ਨੇ ਅੱਖਾਂ ਖੋਲੀਆਂ। ਕੀ ਤੱਕਦੀ ਹੈ ਕਿ ਸੱਚੇ ਪਾਤਸ਼ਾਹ ਘੋੜੇ ਉੱਤੇ ਸਵਾਰ ਖਲੋਤੇ ਹਨ। ਮਾਈ ਕਾਲੀ ਕਾਲੀ ਨਾਲ ਅੱਗੇ ਹੋਈ, ਚਰਨਾਂ ਉੱਤੇ ਮੱਥਾ ਟੇਕਿਆ। ਖੁਸ਼ੀ ਵਿੱਚ ਇੰਨੀ ਬਹਿਬਲ ਹੋ ਗਈ ਕਿ ਉਹਦੀ ਜ਼ੁਬਾਨ ਨਾ ਖੁੱਲੀ ਤੇ ਉਹ ਬੋਲ ਨਾ ਸਕੀ। ਡੁੱਲਦੇ ਨੈਣੀ ਸਤਿਗੁਰਾਂ ਵੱਲ ਦੇਖੀ ਗਈ ਤੇ ਦਰਸ਼ਨ ਕਰੀ ਗਈ। ਸੱਚੇ ਪਾਤਸ਼ਾਹ ਨੇ ਆਖਿਆ, ਚੰਗਾ ਮਾਤਾ ਜੀ, ਰੋਟੀ ਦਿਓ, ਅਸੀਂ ਖਾਈਏ, ਸਾਨੂੰ ਬਹੁਤ ਭੁੱਖ ਲੱਗੀ ਹੈ। ਆਪਣੇ ਪਰੌਂਠੇ ਲਿਆਓ ਜਿਹੜੇ ਤੁਸੀਂ ਬੜੇ ਸ਼ਰਧਾ ਨਾਲ ਮੇਰੇ ਵਾਸਤੇ ਬਣਾਏ ਹਨ। ਤੁਸਾਂ ਨੂੰ ਅਸੀਂ ਉਡੀਕਦੇ ਰਹੇ, ਤੁਸੀਂ ਤਾਂ ਰਾਹ ਵਿੱਚ ਹੀ ਖਲੋਤੇ ਰਹੇ। ਮਾਈ ਨੇ ਛੇਤੀ ਛੇਤੀ ਬੁੱਕਲ ਵਿੱਚੋਂ ਘਿਓ, ਖੰਡ ਵਾਲਾ ਛੰਨਾ ਤੇ ਪਰੌਂਠੇ ਕੱਢ ਕੇ ਸਤਿਗੁਰਾਂ ਨੂੰ ਫੜਾ ਦਿੱਤੇ।
ਸਤਿਗੁਰਾਂ ਨੇ ਪ੍ਰਸੰਨ ਹੋ ਕੇ ਪ੍ਰਸ਼ਾਦੇ ਛਕੇ। ਪ੍ਰਸ਼ਾਦੇ ਛਕਣ ਪਿੱਛੋਂ ਸਤਿਗੁਰੂ ਜੀ ਨੇ ਚਾਦਰ ਦੀ ਮੰਗ ਕੀਤੀ। ਮਾਈ ਨੇ ਚਾਦਰ ਗੁਰੂ ਜੀ ਦੀ ਭੇਟ ਕਰ ਦਿੱਤੀ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਮਾਈ ਨੇ ਰੱਜ ਕੇ ਕਰ ਲਏ ਤੇ ਉਸ ਦੇ ਮਨ ਦੀ ਸ਼ਰਧਾ ਪੂਰੀ ਹੋ ਗਈ। ਮਾਈ ਨਿਹਾਲ ਹੋ ਗਈ। ਉਸ ਦਾ ਜਨਮ ਮਰਨ ਦਾ ਗੇੜ ਖਤਮ ਹੋ ਗਿਆ। ਦਾਤੇ ਨੇ ਆਪਣੀ ਕਿਰਪਾਲਤਾ ਨਾਲ ਮਾਈ ਸਰਖਾਨਾ ਨੂੰ ਅਮਰ ਕਰ ਦਿੱਤਾ। ਸਤਿਗੁਰੂ ਜੀ ਮਾਈ ਸਰਖਾਨਾ ਨੂੰ ਤਾਰ ਹੀ ਰਹੇ ਸਨ ਕਿ ਪਿੱਛੇ ਸਿੱਖ ਆ ਗਏ। ਹਜ਼ੂਰੀ ਸਿੱਖ ਨੂੰ ਸਤਿਗੁਰੂ ਜੀ ਨੇ ਹੁਕਮ ਦਿੱਤਾ, ਮਾਤਾ ਜੀ ਨੂੰ ਦਰਬਾਰ ਵਿੱਚ ਲੈ ਕੇ ਆਓ। ਇਹ ਹੁਕਮ ਕਰਕੇ ਆਪ ਦਰਬਾਰ ਵੱਲ ਪਧਾਰ ਗਏ। ਮਾਤਾ ਸਰਖਾਨਾ 2 ਦਿਨ ਦਰਬਾਰ ਵਿੱਚ ਰਹਿ ਕੇ ਦਰਸ਼ਨ ਕਰਦੀ ਰਹੀ ਤੇ ਉਸ ਦੀ ਕਲਿਆਣ ਹੋ ਗਈ। ਉਸ ਮਾਈ ਦੇ ਨਾਮ ਉੱਤੇ ਅੱਜ ਉਸ ਦਾ ਪਿੰਡ ਸਰਖਾਨਾ ਮਾਲਵੇ ਵਿੱਚ ਮਸ਼ਹੂਰ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।